ਬੁਢਾਪੇ ਦਾ ਦਰਦ। ਆਪਣੇ ਪੁੱਤ ਅਤੇ ਨੂੰਹ ਦੇ ਰੋਜ਼ ਦੇ ਝਗੜੇ ਤੋਂ ਪਰੇਸ਼ਾਨ ਹੋ ਕੇ ਕੈਲਾਸ਼ ਬਾਬੂ ਆਪਣੇ ਕਮਰੇ ਵਿੱਚ ਜਾ ਕੇ ਆਪਣਾ ਬੈਗ ਕੱਢਣ ਲੱਗੇ। ਉਸ ਵਿੱਚ ਕੁਝ ਜੋੜੀ ਆਪਣੇ ਕੱਪੜੇ ਰੱਖੇ ਅਤੇ ਉਦਾਸ ਮਨ ਨਾਲ ਆਪਣੀ ਪਤਨੀ ਦੀ ਫੋਟੋ ਨੂੰ ਚੁੱਕਿਆ ਅਤੇ ਬੋਲੇ, ਕਿੰਨੇ ਪਿਆਰ ਨਾਲ ਪਾਲ ਕੇ ਵੱਡਾ ਕੀਤਾ ਸੀ ਆਪਣੇ ਇਕਲੌਤੇ ਲਾਡਲੇ ਪੁੱਤ ਨੂੰ। ਕਹਿੰਦੇ ਹੀ ਉਹ ਰੋ ਪਏ, ਪਰੰਤੂ ਫਿਰ ਸੋਚਣ ਲੱਗੇ ਕਿ ਨਹੀਂ, ਇਹ ਕਮਜ਼ੋਰ ਪੈਣੇ ਦਾ ਸਮਾਂ ਨਹੀਂ ਹੈ। ਉਹਨਾਂ ਨੇ ਆਪਣੀ ਅੱਖਾਂ ਦੇ ਹੰਝੂ ਪੂੰਝਦੇ ਹੋਏ ਆਪਣੀ ਪਤਨੀ ਦੀ ਫੋਟੋ ਨੂੰ ਬੈਗ ਵਿੱਚ ਰੱਖਿਆ ਅਤੇ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਜੋ ਬਿਰਧ ਆਸ਼ਰਮ ਵਿੱਚ ਰਹਿੰਦੇ ਸੀ। ਭਰੇ ਗਲੇ ਨਾਲ ਉਹਨਾਂ ਨੂੰ ਦੱਸਿਆ ਕਿ ਹੁਣ ਉਹ ਵੀ ਬਿਰਧ ਆਸ਼ਰਮ ਵਿੱਚ ਰਹਿਣਾ ਚਾਹੁੰਦੇ ਹਨ। ਇੰਨੀ ਗੱਲ ਸੁਣਦੇ ਹੀ ਉਹਨਾਂ ਦਾ ਦੋਸਤ ਰਾਧੇਸ਼ਿਆਮ ਹੈਰਾਨ ਰਹਿ ਗਿਆ। ਉਸ ਦੇ ਕੋਲ ਕੁਝ ਪੁੱਛਣੇ ਦੇ ਲਈ ਕੋਈ ਸ਼ਬਦ ਹੀ ਨਹੀਂ ਬਚੇ। ਕੈਲਾਸ਼ ਬਾਬੂ ਨੇ ਸਿਰਫ ਇੰਨਾ ਹੀ ਕਿਹਾ ਕਿ ਮੈਂ ਰੋਜ਼-ਰੋਜ਼ ਦੇ ਝਗੜੇ ਤੋਂ ਪਰੇਸ਼ਾਨ ਆ ਗਿਆ ਹਾਂ ਅਤੇ 1 ਘੰਟੇ ਵਿੱਚ ਤੁਹਾਡੇ ਕੋਲ ਪਹੁੰਚ ਰਿਹਾ ਹਾਂ। ਜਿਸ ਸਮੇਂ ਉਹ ਆਪਣਾ ਘਰ ਛੱਡ ਕੇ ਆਪਣਾ ਬੈਗ ਲੈ ਕੇ ਨਿਕਲਣ ਲੱਗੇ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਪੁੱਤ ਨੂੰ ਆਪਣੇ ਕਮਰੇ ਵਿੱਚ ਬੈਠ ਕੇ ਚਾਹ ਅਤੇ ਸਨੈਕਸ ਦਾ ਆਨੰਦ ਲੈ ਰਹੇ ਸੀ, ਪਰੰਤੂ ਦੋਨਾਂ ਵਿੱਚ ਤੋਂ ਕਿਸੇ ਨੇ ਨਹੀਂ ਪੁੱਛਿਆ ਕਿ ਤੁਸੀਂ ਇਹ ਸਮਾਨ ਲੈ ਕੇ ਕਿੱਥੇ ਜਾ ਰਹੇ ਹੋ ਅਤੇ ਨਾ ਹੀ ਕਿਸੇ ਨੇ ਉਹਨਾਂ ਨੂੰ ਰੋਕਣੇ ਦੀ ਕੋਸ਼ਿਸ਼ ਕੀਤੀ। ਰੋਜ਼-ਰੋਜ਼ ਦੇ ਅਪਮਾਨ ਅਤੇ ਜ਼ਿੱਲਤ ਭਰੀ ਜ਼ਿੰਦਗੀ ਤੋਂ ਪਰੇਸ਼ਾਨ ਕੈਲਾਸ਼ ਬਾਬੂ ਬਿਰਧ ਆਸ਼ਰਮ ਪਹੁੰਚ ਗਏ। ਥੋੜ੍ਹੇ ਹੀ ਸਮੇਂ ਵਿੱਚ ਉਹਨਾਂ ਦੇ ਬਿਰਧ ਆਸ਼ਰਮ ਵਿੱਚ ਬਹੁਤ ਸਾਰੇ ਦੋਸਤ ਬਣ ਗਏ। ਉਹ ਸਭ ਦੇ ਨਾਲ ਹਾਲ ਚਾਲ ਵੰਡਦੇ, ਗੱਲਾਂ ਕਰਦੇ, ਰੋਜ਼ ਸਵੇਰੇ ਸੈਰ ਅਤੇ ਐਕਸਰਸਾਈਜ਼ ਵੀ ਕਰਦੇ। ਹੌਲੀ-ਹੌਲੀ ਕੈਲਾਸ਼ ਬਾਬੂ ਨੂੰ ਆਸ਼ਰਮ ਵਿੱਚ ਹੀ ਬਿਹਤਰ ਮਹਿਸੂਸ ਹੋਣ ਲੱਗਾ। ਘਰ ਦੀ ਉਪੇਖਿਆ ਉਹਨਾਂ ਨੂੰ ਬਿਰਧ ਆਸ਼ਰਮ ਜ਼ਿਆਦਾ ਸਕੂਨ ਦੇ ਰਿਹਾ ਸੀ। ਸਾਰੇ ਲੋਕ ਇਕੱਠੇ ਖਾਣਾ ਖਾਇਆ ਕਰਦੇ ਸੀ, ਜਦਕਿ ਘਰ ਵਿੱਚ ਰੋਜ਼ ਦੇ ਕਲੇਸ਼ ਤੋਂ ਕੈਲਾਸ਼ ਬਾਬੂ ਦਾ ਦਿਲ ਛਲਣੀ ਹੋ ਗਿਆ। ਹਮੇਸ਼ਾ ਆਪਣੀ ਪਤਨੀ ਦੀ ਫੋਟੋ ਨਾਲ ਗੱਲਾਂ ਕਰਦੇ ਹੋਏ ਕਹਿੰਦੇ ਸੀ ਕਿ ਤੂੰ ਤਾਂ ਮੈਨੂੰ ਪਹਿਲਾਂ ਹੀ ਛੱਡ ਕੇ ਚਲੀ ਗਈ, ਪਰੰਤੂ ਉਸ ਪੁੱਤ ਨੇ ਵੀ ਮੇਰਾ ਸਾਥ ਨਾ ਦਿੱਤਾ ਜਿਸ ਦੇ ਲਈ ਮੈਂ ਕਦੀ ਆਪਣਾ ਪਸੀਨਾ ਵੀ ਪਾਣੀ ਦੀ ਤਰ੍ਹਾਂ ਬਹਾਇਆ ਸੀ। ਇੱਕ ਦਿਨ ਕੈਲਾਸ਼ ਬਾਬੂ ਬਿਰਧ ਆਸ਼ਰਮ ਦੇ ਪਾਰਕ ਵਿੱਚ ਟਹਿਲ ਰਹੇ ਸੀ। ਉਦੋਂ ਬਿਰਧ ਆਸ਼ਰਮ ਦੇ ਬਾਹਰ ਇੱਕ ਕਾਰ ਆ ਕੇ ਰੁਕੀ। ਬਿਰਧ ਆਸ਼ਰਮ ਦੇ ਸਾਰੇ ਲੋਕ ਉਸ ਕਾਰ ਦੀ ਤਰਫ ਦੇਖਣ ਲੱਗੇ ਅਤੇ ਸੋਚਣ ਲੱਗੇ ਕਿ ਅੱਜ ਫਿਰ ਕੋਈ ਅਭਾਗਾ ਬਜ਼ੁਰਗ ਇਸ ਬਿਰਧ ਆਸ਼ਰਮ ਵਿੱਚ ਆਇਆ ਹੈ, ਜਿਸ ਨੇ ਨਾ ਜਾਣੇ ਕਿੰਨੀ ਮਿਹਨਤ ਨਾਲ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਪੜ੍ਹਾ ਲਿਖਾ ਕੇ ਵੱਡਾ ਕੀਤਾ ਹੋਵੇਗਾ। ਅੱਜ ਫਿਰ ਐਸਾ ਕੋਈ ਅੱਖਾਂ ਵਿੱਚ ਹੰਝੂ ਲਿੱਤੇ ਇਸ ਬਿਰਧ ਆਸ਼ਰਮ ਵਿੱਚ ਪ੍ਰਵੇਸ਼ ਕਰੇਗਾ। ਕਾਰ ਤੋਂ ਇੱਕ ਨੌਜਵਾਨ ਮੁੰਡਾ ਉਤਰਿਆ ਅਤੇ ਉਸ ਦੇ ਬਾਅਦ ਇੱਕ ਔਰਤ ਜੋ ਸ਼ਾਇਦ ਉਸ ਦੀ ਮਾਂ ਸੀ, ਉਸ ਦਾ ਹੱਥ ਫੜ ਕੇ ਬਾਹਰ ਨਿਕਾਲਣ ਲੱਗਾ। ਉਸ ਔਰਤ ਦੀ ਉਮਰ ਲਗਭਗ 65 ਸਾਲ ਦੇ ਕਰੀਬ ਰਹੀ ਹੋਵੇਗੀ। ਸਿਰ ਪਰ ਪੱਲੂ ਹੋਣੇ ਦੇ ਕਾਰਨ ਉਸ ਦਾ ਚਿਹਰਾ ਸਹੀ ਢੰਗ ਨਾਲ ਨਜ਼ਰ ਨਹੀਂ ਆ ਰਿਹਾ ਸੀ। ਥੋੜ੍ਹੀ ਹੀ ਦੇਰ ਵਿੱਚ ਕਰੀਬ 30-35 ਸਾਲ ਦੀ ਇੱਕ ਹੋਰ ਔਰਤ ਉਤਰੀ, ਜਿਸ ਦੇ ਹੱਥ ਵਿੱਚ ਇੱਕ ਬੈਗ ਸੀ। ਉਸ ਔਰਤ ਨੇ ਉਹ ਬੈਗ ਉਸ ਬਜ਼ੁਰਗ ਔਰਤ ਦੇ ਹੱਥ ਵਿੱਚ ਫੜਾਇਆ ਅਤੇ ਉਹਨਾਂ ਨੂੰ ਕੁਝ ਗੱਲ ਕਹਿਣ ਲੱਗੀ। ਉਹ ਬਜ਼ੁਰਗ ਔਰਤ ਚੁੱਪਚਾਪ ਉਸ ਔਰਤ ਦੀ ਗੱਲ ਸੁਣ ਰਹੀ ਸੀ। ਫਿਰ ਵਾਪਸ ਉਹ ਦੋਨੋਂ ਕਾਰ ਵਿੱਚ ਬੈਠ ਕੇ ਚਲੇ ਗਏ ਅਤੇ ਬਜ਼ੁਰਗ ਔਰਤ ਬਿਰਧ ਆਸ਼ਰਮ ਦੇ ਬਾਹਰ ਕੁਝ ਦੇਰ ਤੱਕ ਵੈਸੇ ਹੀ ਖੜੀ ਰਹੀ ਅਤੇ ਫਿਰ ਭਾਰੀ ਮਨ ਤੋਂ ਆਪਣੇ ਹੰਝੂ ਪੂੰਝਦੀ ਹੋਈ ਬਿਰਧ ਆਸ਼ਰਮ ਵਿੱਚ ਆ ਗਈ। ਕੈਲਾਸ਼ ਬਾਬੂ ਦੀ ਤਰਫ ਦੇਖਦੇ ਹੀ ਆਪਣੇ ਸਿਰ ਦੇ ਪੱਲੂ ਤੋਂ ਮੂੰਹ ਛੁਪਾਉਣ ਲੱਗੀ
ਅਤੇ ਫਿਰ ਬਿਨਾਂ ਕੁਝ ਕਹੇ ਮਹਿਲਾ ਵਿਭਾਗ ਦੀ ਤਰਫ ਚੱਲ ਗਈ। ਜਦੀ ਕੈਲਾਸ਼ ਬਾਬੂ ਦੇ ਨਾਲ ਖੜੇ ਇੱਕ ਬਜ਼ੁਰਗ ਨੇ ਕਿਹਾ, ਅੱਜ ਫਿਰ ਤੋਂ ਇੱਕ ਮਾਂ ਦੀ ਮਮਤਾ ਤਾਰ-ਤਾਰ ਹੋ ਗਈ। ਫਿਰ ਤੋਂ ਇੱਕ ਮਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਗਿਆ। ਕੈਲਾਸ਼ ਬਾਬੂ ਵਾਰ-ਵਾਰ ਇਸ ਔਰਤ ਦੇ ਚਿਹਰੇ ਦੀ ਤਰਫ ਦੇਖਦੇ ਜਾ ਰਹੇ ਸੀ। ਉਹਨਾਂ ਨੂੰ ਲੱਗਿਆ ਕਿ ਜਿਵੇਂ ਉਹ ਉਸ ਮਹਿਲਾ ਨੂੰ ਜਾਣਦੇ ਹਨ, ਪਰ ਉਹ ਪੂਰੀ ਤਰ੍ਹਾਂ ਸਮਝ ਨਹੀਂ ਪਾਏ ਕਿ ਉਹ ਔਰਤ ਕੌਣ ਹੈ। ਅਕਸਰ ਕੈਲਾਸ਼ ਬਾਬੂ ਦੇਖਦੇ ਕਿ ਉਹ ਔਰਤ ਆਪਣੇ ਪੱਲੂ ਨਾਲ ਆਪਣਾ ਅੱਧੇ ਤੋਂ ਜ਼ਿਆਦਾ ਚਿਹਰਾ ਲੁਕਾ ਕੇ ਰੱਖਦੀ ਸੀ। ਪਰ ਇੱਕ ਦਿਨ ਜਦ ਉਹ ਔਰਤ ਬਾਗਬਾਨੀ ਦੇ ਕੰਮ ਵਿੱਚ ਲੱਗੀ ਹੋਈ ਸੀ ਤਾਂ ਕੈਲਾਸ਼ ਬਾਬੂ ਇਸ ਸਮੇਂ ਟਹਿਲਣੇ ਦੇ ਲਈ ਨਿਕਲੇ। ਬਾਗਬਾਨੀ ਕਰਦੇ ਕਰਦੇ ਉਸ ਔਰਤ ਦੇ ਸਿਰ ਤੋਂ ਪੱਲੂ ਉਤਰ ਗਿਆ। ਕੈਲਾਸ਼ ਬਾਬੂ ਉਸ ਔਰਤ ਦਾ ਚਿਹਰਾ ਦੇਖਦੇ ਹੀ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਨਾ ਜਾਣੇ ਕਿੰਨੇ ਸਵਾਲਾਂ ਨੇ ਉਹਨਾਂ ਦੇ ਦਿਮਾਗ ਨੂੰ ਘੇਰ ਲਿਆ। ਉਸੇ ਸਮੇਂ ਉਹਨਾਂ ਦਾ ਇੱਕ ਦੋਸਤ ਉਹਨਾਂ ਦੇ ਕੋਲ ਆਇਆ ਅਤੇ ਬੋਲਿਆ, ਖਾਣਾ ਖਾਣੇ ਦਾ ਸਮੇਂ ਹੋ ਗਿਆ ਹੈ। ਤੁਸੀਂ ਕਿੱਥੇ ਘੁੰਮ ਰਹੇ ਹੋ ਅਤੇ ਇੰਨੇ ਗੁੰਮਸੁੰਮ ਕਿਉਂ ਹੋ? ਸਾਰੇ ਲੋਕ ਨਾਸ਼ਤੇ ਦੇ ਮੇਜ਼ ਪਰ ਮੌਜੂਦ ਸੀ, ਪਰ ਤੁਸੀਂ ਨਹੀਂ ਸੀ। ਇਸ ਲਈ ਮੈਂ ਤੁਹਾਨੂੰ ਬੁਲਾਉਣ ਆ ਗਿਆ। ਕਿਆ ਗੱਲ ਹੈ? ਕੋਈ ਪਰੇਸ਼ਾਨੀ ਹੈ? ਅਰੇ ਨਹੀਂ, ਕੁਝ ਵੀ ਤਾਂ ਨਹੀਂ। ਥੋੜ੍ਹਾ ਟਹਿਲਣੇ ਦੇ ਲਈ ਬਾਹਰ ਨਿਕਲ ਆਇਆ ਸੀ। ਬਸ ਮੈਂ ਆ ਹੀ ਰਿਹਾ ਸੀ। ਖਾਣੇ ਦੇ ਕਮਰੇ ਵਿੱਚ ਬੈਠਣੇ ਦੇ ਬਾਅਦ ਕੈਲਾਸ਼ ਨਾਥ ਜੀ ਦੀ ਨਜ਼ਰਾਂ ਵਾਰ-ਵਾਰ ਜਾਨਕੀ ਦੇਵੀ ਨੂੰ ਹੀ ਲੱਭ ਰਹੀ ਸੀ। ਉਹ ਉਹਨਾਂ ਤੋਂ ਪੁੱਛਣਾ ਚਾਹੁੰਦੇ ਸੀ ਕਿ ਆਖਿਰ ਐਸਾ ਕਿਆ ਹੋਇਆ ਕਿ ਉਹਨਾਂ ਨੂੰ ਇੱਥੇ ਆਉਣੇ ਦੀ ਨੌਬਤ ਆ ਗਈ। ਉਹਨਾਂ ਦਾ ਤਾਂ ਭਰਾ ਪੂਰਾ ਪਰਿਵਾਰ ਸੀ ਅਤੇ ਹਮੇਸ਼ਾ ਕਹਿੰਦੀ ਸੀ ਕਿ ਉਹ ਆਪਣੇ ਪੁੱਤ ਨੂੰ ਦੇ ਨਾਲ ਬਹੁਤ ਖੁਸ਼ ਹੈ। ਫਿਰ ਅੱਜ ਐਸਾ ਕਿਆ ਹੋ ਗਿਆ? ਕੈਲਾਸ਼ ਬਾਬੂ ਉੱਧਰ ਹੀ ਕਿਸੇ ਵਿਅਕਤੀ ਤੋਂ ਪੁੱਛਦੇ ਹਨ ਕਿ 2 ਦਿਨ ਪਹਿਲਾਂ ਜੋ ਇੱਕ ਔਰਤ ਬਿਰਧ ਆਸ਼ਰਮ ਆਈ ਸੀ, ਉਹ ਅੱਜ ਖਾਣਾ ਖਾਣੇ ਨਹੀਂ ਆਈ ਹਨ। ਉਹਨਾਂ ਨੇ ਦੱਸਿਆ ਕਿ ਉਹ ਮਾਤਾ ਜੀ ਅੱਜ ਬਹੁਤ ਦੁਖੀ ਹਨ, ਇਸ ਲਈ ਉਹਨਾਂ ਨੇ ਖਾਣਾ ਖਾਣੇ ਤੋਂ ਮਨ੍ਹਾ ਕਰ ਦਿੱਤਾ ਹੈ। ਪਰੇਸ਼ਾਨ ਵੀ ਕਿਉਂ ਨਾ ਹੋਣ, ਆਖਿਰ ਜੋ ਉਹਨਾਂ ਦੇ ਪੁੱਤ ਨੂੰ ਨੇ ਉਹਨਾਂ ਦੇ ਨਾਲ ਕੀਤਾ ਹੈ, ਐਸਾ ਤਾਂ ਕੋਈ ਦੁਸ਼ਮਣ ਦੇ ਨਾਲ ਵੀ ਨਾ ਕਰੇ। ਉਹ ਵਾਰ-ਵਾਰ ਆਪਣੇ ਘਰ ਨੂੰ ਯਾਦ ਕਰ ਰਹੀ ਹਨ। ਸਵੇਰ ਤੋਂ ਆਪਣੇ ਕਮਰੇ ਵਿੱਚ ਬੈਠੀ ਰੋਈ ਜਾ ਰਹੀ ਸੀ। ਇਸ ਲਈ ਉਹਨਾਂ ਦਾ ਧਿਆਨ ਭਟਕਾਣੇ ਦੇ ਲਈ ਬਾਗਬਾਨੀ ਕਰਨੇ ਦਾ ਕੰਮ ਦਿੱਤਾ ਗਿਆ ਹੈ। ਇਹ ਸਭ ਸੁਣ ਕੇ ਕੈਲਾਸ਼ ਬਾਬੂ ਦਾ ਮਨ ਪਰੇਸ਼ਾਨ ਹੋ ਗਿਆ। ਉਹ ਜਾਣਨਾ ਚਾਹੁੰਦੇ ਸੀ ਕਿ ਆਖਿਰ ਜਾਨਕੀ ਦੇਵੀ ਦੇ ਨਾਲ ਹੋਇਆ ਕਿਆ ਹੈ। ਇਸ ਲਈ ਥੋੜ੍ਹੀ ਦੇਰ ਬਾਅਦ ਵਿਭਾਗ ਵਿੱਚ ਜਾਨਕੀ ਦੇਵੀ ਦੇ ਕੋਲ ਗਏ। ਕੈਲਾਸ਼ ਬਾਬੂ ਨੂੰ ਆਪਣੇ ਸਾਹਮਣੇ ਖੜਾ ਦੇਖ ਕੇ ਜਾਨਕੀ ਜੀ ਥੋੜ੍ਹਾ ਪਰੇਸ਼ਾਨ ਜਿਹੀ ਹੋ ਗਈ। ਜਦੀ ਕੈਲਾਸ਼ ਬਾਬੂ ਨੇ ਕਿਹਾ, ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਪਹਿਚਾਣ ਲਿੱਤਾ ਹੈ, ਪਰ ਕਿਆ ਮੈਂ ਜਾਣ ਸਕਦਾ ਹਾਂ ਕਿ ਤੁਸੀਂ ਇਸ ਹਾਲਤ ਵਿੱਚ ਕਿਵੇਂ ਪਹੁੰਚੀ? ਜਾਨਕੀ ਜੀ ਨੇ ਕੁਝ ਨਹੀਂ ਕਿਹਾ, ਪਰੰਤੂ ਉਹਨਾਂ ਦੀ ਅੱਖਾਂ ਹੰਝੂਆਂ ਨਾਲ ਭਰ ਗਈ ਸੀ। ਇਹ ਦੇਖ ਕੇ ਕੈਲਾਸ਼ ਬਾਬੂ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਏ। ਉਹਨਾਂ ਦਾ ਦਿਲ ਕੀਤਾ ਕਿ ਜ਼ੋਰ-ਜ਼ੋਰ ਨਾਲ ਚੀਕ ਕੇ ਇਸ ਦੁਨੀਆ ਤੋਂ ਪੁੱਛਣ ਕਿ ਕਿਉਂ ਬੁਢਾਪੇ ਵਿੱਚ ਬੁੱਢੇ ਮਾਂ-ਬਾਪ ਨੂੰ ਪੁਰਾਣੇ ਸਮਾਨ ਦੀ ਤਰ੍ਹਾਂ ਨਿਕਾਲ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ। ਕਿਆ ਬੁੱਢਿਆਂ ਦਾ ਕੋਈ ਆਤਮ ਸਨਮਾਨ ਨਹੀਂ? ਆਪਣੇ ਹੀ ਵਿਚਾਰਾਂ ਵਿੱਚ ਮਗਨ ਕੈਲਾਸ਼ ਬਾਬੂ ਬਿਰਧ ਆਸ਼ਰਮ ਦੇ ਪਾਰਕ ਵਿੱਚ ਟਹਿਲ ਰਹੇ ਸੀ। ਅਚਾਨਕ ਉਹਨਾਂ ਦਾ ਪੈਰ ਕਿਆਰੀ ਦੇ ਕਿਨਾਰੇ ਨਾਲ ਟਕਰਾਇਆ ਅਤੇ ਉਹ ਗਿਰਦੇ-ਗਿਰਦੇ ਪੇੜ ਨੂੰ ਫੜ ਕੇ ਸੰਭਲ ਗਏ। ਜਦੀ ਕੋਲ ਤੋਂ ਗੁਜ਼ਰ ਰਿਹਾ ਬਿਰਧ ਆਸ਼ਰਮ ਦਾ ਕਰਮਚਾਰੀ ਕਹਿੰਦਾ ਹੈ, ਅੰਕਲ ਜੀ, ਤੁਸੀਂ ਠੀਕ ਤਾਂ ਹੋ ਨਾ? ਕਿਤੇ ਸੱਟ ਤਾਂ ਨਹੀਂ ਲੱਗੀ?
ਆਪਣਾ ਪੈਰ ਦਿਖਾਓ, ਜੇਕਰ ਲੱਗੀ ਹੋ ਤਾਂ ਮੈਂ ਹੁਣੇ ਪੱਟੀ ਕਰ ਦਿੰਦਾ ਹਾਂ। ਕੈਲਾਸ਼ ਬਾਬੂ ਕਹਿੰਦੇ ਹਨ, ਅਰੇ ਨਹੀਂ, ਕੁਝ ਨਹੀਂ, ਜ਼ਿਆਦਾ ਸੱਟ ਨਹੀਂ ਹੈ, ਬਚਾਅ ਹੋ ਗਿਆ। ਇੰਨਾ ਕਹਿੰਦੇ ਹੋਏ ਕੈਲਾਸ਼ ਬਾਬੂ ਪਾਰਕ ਵਿੱਚ ਰੱਖੇ ਬੈਂਚ ਪਰ ਜਾ ਕੇ ਬੈਠ ਗਏ ਅਤੇ ਕੁਝ ਮਹੀਨੇ ਪਹਿਲਾਂ ਘਟੀ ਇੱਕ ਘਟਨਾ ਨੂੰ ਯਾਦ ਕਰਨ ਲੱਗੇ, ਜਦ ਉਹ ਬਾਥਰੂਮ ਵਿੱਚ ਫਿਸਲ ਕੇ ਗਿਰ ਗਏ ਸੀ ਅਤੇ ਉਹਨਾਂ ਦੇ ਪੈਰ ਵਿੱਚ ਜ਼ਿਆਦਾ ਸੱਟ ਲੱਗ ਗਈ ਸੀ। ਉਹਨਾਂ ਦੀ ਨੂੰਹ ਉਸ ਸੱਟ ਨੂੰ ਦੇਖ ਕੇ ਵੀ ਅਣਦੇਖਾ ਕਰਕੇ ਆਪਣੇ ਕੰਮ ਵਿੱਚ ਲੱਗੀ ਰਹੀ ਅਤੇ ਉਹਨਾਂ ਦਾ ਪੁੱਤ ਚੀਕ ਕੇ ਬੋਲਿਆ, ਕਿਆ ਸੰਭਾਲ ਕੇ ਕੰਮ ਨਹੀਂ ਕਰ ਸਕਦੇ? ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿ ਤੁਸੀਂ ਇੰਨੀ ਹੜਬੜੀ ਵਿੱਚ ਕਿਉਂ ਰਹਿੰਦੇ ਹੋ। ਕੋਈ ਕੰਮ ਠੀਕ ਨਾਲ ਕਰਨਾ ਨਹੀਂ ਆਉਂਦਾ, ਜਦ ਦੇਖੋ ਸੱਟ ਖਾ ਕੇ ਬੈਠ ਜਾਂਦੇ ਹੋ ਅਤੇ ਸਾਡਾ ਕੰਮ ਵੀ ਵਧਾਉਂਦੇ ਰਹਿੰਦੇ ਹੋ। ਜੇਕਰ ਕੋਈ ਕੰਮ ਨਹੀਂ ਹੁੰਦਾ ਤਾਂ ਨਾ ਕਰਿਆ ਕਰੋ। ਆਰਾਮ ਨਾਲ ਆਪਣੇ ਕਮਰੇ ਵਿੱਚ ਕਿਉਂ ਨਹੀਂ ਬੈਠਦੇ? ਪੂਰਾ ਦਿਨ ਇੱਧਰ ਉੱਧਰ ਘੁੰਮਦੇ ਰਹਿੰਦੇ ਹੋ। ਉਸ ਤੋਂ ਇੰਨਾ ਵੀ ਨਾ ਹੋ ਪਾਇਆ ਕਿ ਆਪਣੇ ਪਿਤਾ ਦਾ ਹਾਲ ਚਾਲ ਪੁੱਛੇ ਜਾਂ ਸੱਟ ਪਰ ਮਰਹਮ ਪੱਟੀ ਕਰੇ। ਇੱਕ ਦਿਨ ਜਦ ਕੈਲਾਸ਼ ਬਾਬੂ ਦਾ ਚਸ਼ਮਾ ਟੁੱਟ ਗਿਆ ਤਾਂ ਆਪਣੇ ਪੁੱਤ ਨੂੰ ਕਹਿਣ ਲੱਗੇ, ਪੁੱਤ ਮੇਰਾ ਚਸ਼ਮਾ ਠੀਕ ਕਰਵਾ ਦੇਣਾ, ਟੁੱਟ ਗਿਆ ਹੈ, ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ। ਇੰਨੀ ਗੱਲ ਸੁਣਦੇ ਹੀ ਨੂੰਹ ਵਿਚਕਾਰ ਵਿੱਚ ਜ਼ੋਰ ਨਾਲ ਚੀਕ ਪਈ ਕਿ ਬਸ ਚਾਰਪਾਈ ਪਰ ਬੈਠੇ ਬੈਠੇ ਖਰਚੇ ਵਧਾਉਂਦੇ ਰਹਿੰਦੇ ਹੋ, ਹੋਰ ਕੋਈ ਕੰਮ ਧੰਦਾ ਤਾਂ ਕਰਦੇ ਨਹੀਂ ਹੋ। ਬੱਚਿਆਂ ਦੀ ਤਰ੍ਹਾਂ ਹਰਕਤਾਂ ਹੋ ਗਈਆਂ ਹਨ ਤੁਹਾਡੀ। ਨਾ ਜਾਣੇ ਇਹੋ ਜਿਹਾ ਕਿੰਨੀ ਵਾਰ ਹੋਇਆ ਸੀ ਜਦ ਕੈਲਾਸ਼ ਬਾਬੂ ਆਪਣੇ ਪੁੱਤ ਨੂੰ ਤੋਂ ਬੇਇੱਜ਼ਤ ਹੋ ਚੁੱਕੇ ਸੀ। ਆਪਣੇ ਅਤੀਤ ਵਿੱਚ ਝਾਕਦੇ ਕੈਲਾਸ਼ ਬਾਬੂ ਹੁਣੇ ਆਪਣੇ ਵਿਚਾਰਾਂ ਵਿੱਚ ਗਵਾਚੇ ਹੀ ਹੋਏ ਸੀ, ਜਦੀ ਸਾਹਮਣੇ ਤੋਂ ਉਹਨਾਂ ਦੇ ਬਜ਼ੁਰਗ ਦੋਸਤ ਰਾਧੇ ਸ਼ਿਆਮ ਜੀ ਆਉਂਦੇ ਦਿਖਾਈ ਦਿੱਤੇ। ਰਾਧੇ ਸ਼ਿਆਮ ਜੀ ਦੇ ਚਿਹਰੇ ਪਰ ਮੁਸਕਰਾਹਟ ਸੀ। ਉਹਨਾਂ ਨੂੰ ਦੇਖ ਕੇ ਕੈਲਾਸ਼ ਬਾਬੂ ਬੋਲੇ, ਕਿਆ ਗੱਲ ਹੈ ਰਾਧੇ ਸ਼ਿਆਮ, ਅੱਜ ਤੂੰ ਤਾਂ ਬੜੇ ਹੀ ਖੁਸ਼ ਨਜ਼ਰ ਆ ਰਹੇ ਹੋ। ਜਦੀ ਰਾਧੇ ਸ਼ਿਆਮ ਜੀ ਨੇ ਕਿਹਾ, ਅੱਜ ਮੇਰੇ ਪੁੱਤ ਦਾ ਜਨਮ ਦਿਨ ਹੈ, ਉਸ ਦਾ ਫੋਨ ਆਇਆ ਸੀ, ਉਹ ਮੇਰੇ ਨਾਲ ਮਿਲਣ ਆਉਣ ਵਾਲਾ ਹੈ, ਇਸ ਲਈ ਮੈਂ ਬਹੁਤ ਖੁਸ਼ ਹਾਂ। ਬਹੁਤ ਦਿਨਾਂ ਬਾਅਦ ਅੱਜ ਉਸ ਦਾ ਚਿਹਰਾ ਦੇਖਣ ਨੂੰ ਮਿਲੇਗਾ। ਰਾਧੇ ਸ਼ਿਆਮ ਜੀ ਦੀ ਗੱਲ ਸੁਣ ਕੇ ਕੈਲਾਸ਼ ਬਾਬੂ ਕੁਝ ਪਰੇਸ਼ਾਨ ਜਿਹੇ ਹੋ ਗਏ ਅਤੇ ਆਪਣੇ ਦੋਸਤ ਨੂੰ ਬੋਲੇ, ਜਿਸ ਪੁੱਤ ਨੇ ਤੇਰੀ ਇਹ ਹਾਲਤ ਕਰ ਦਿੱਤੀ, ਤੈਨੂੰ ਬਿਰਧਾ ਆਸ਼ਰਮ ਵਿੱਚ ਛੱਡ ਕੇ ਚਲਾ ਗਿਆ, ਸਾਲ ਵਿੱਚ ਸਿਰਫ ਕੁਝ ਦੇਰ ਦੇ ਲਈ ਤੇਰੇ ਨਾਲ ਮਿਲਣ ਦੇ ਲਈ ਆਵੇਗਾ, ਤਾਂ ਤੂੰ ਉਸ ਪੁੱਤ ਦੇ ਲਈ ਖੁਸ਼ ਹੋ ਰਿਹਾ ਹੈ। ਜਦੀ ਰਾਧੇ ਸ਼ਿਆਮ ਜੀ ਬੋਲੇ, ਮੈਂ ਤਾਂ ਇਸੀ ਨਾਲ ਖੁਸ਼ ਹਾਂ ਕਿ ਘੱਟ ਤੋਂ ਘੱਟ ਮੇਰਾ ਪੁੱਤ ਮੇਰੇ ਨਾਲ ਮਿਲਣ ਤਾਂ ਆ ਰਿਹਾ ਹੈ, ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ। ਪਰ ਕੈਲਾਸ਼ ਜੀ ਉਹਨਾਂ ਤੋਂ ਨਾਰਾਜ਼ ਹੋ ਕੇ ਉਹਨਾਂ ਦੀ ਗੱਲ ਨੂੰ ਬਿਨਾਂ ਸੁਣੇ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਏ। ਸੋਚਣ ਲੱਗੇ ਕਿ ਇਹ ਕਿੱਸਾ ਸਿਰਫ ਮੇਰੇ ਨਾਲ ਜਾਂ ਜਾਨਕੀ ਜੀ ਦੇ ਨਾਲ ਹੀ ਨਹੀਂ ਹੈ। ਬਿਰਧ ਆਸ਼ਰਮ ਵਿੱਚ ਰਹਿਣੇ ਵਾਲੇ ਹਰ ਇੱਕ ਬਜ਼ੁਰਗ ਦੀ ਕੋਈ ਨਾ ਕੋਈ ਕਹਾਣੀ ਹੈ ਅਤੇ ਸਾਰਿਆਂ ਦੀ ਜ਼ਿੰਦਗੀ ਵਿੱਚ ਬਿਰਧ ਆਸ਼ਰਮ ਵਿੱਚ ਰਹਿਣੇ ਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਜ਼ਰੂਰ ਹੈ। ਬਿਨਾਂ ਕਿਸੇ ਵਜ੍ਹਾ ਦੇ ਆਪਣੀ ਮਰਜ਼ੀ ਨਾਲ ਕੋਈ ਬਿਰਧ ਆਸ਼ਰਮ ਨਹੀਂ ਆਉਂਦਾ, ਜਦ ਤੱਕ ਕਿ ਇੱਕ ਵਿਅਕਤੀ ਅੰਦਰ ਤੱਕ ਨਹੀਂ ਭਰ ਜਾਂਦਾ, ਜਦ ਤੱਕ ਉਹ ਇੱਥੇ ਆਉਣੇ ਦੇ ਲਈ ਮਜਬੂਰ ਨਹੀਂ ਹੁੰਦਾ। ਪਰ ਦੇਖੋ, ਸਾਰੇ ਬੁੱਢੇ ਲੋਕ ਆਪਣੀ ਉਹਨਾਂ ਕੜਵੀ ਯਾਦਾਂ ਨੂੰ ਭੁੱਲ ਕੇ ਆਪਣੀ ਜ਼ਿੰਦਗੀ ਨੂੰ ਇੱਥੇ ਬਿਤਾਉਣੇ ਦੇ ਲਈ ਮਜਬੂਰ ਹਨ। ਕੁਝ ਲੋਕ ਸਮੇਂ ਦੇ ਹਿਸਾਬ ਨਾਲ ਖੁਦ ਨੂੰ ਢਾਲ ਲੈਂਦੇ ਹਨ ਅਤੇ ਖੁਸ਼ ਰਹਿਣੇ ਦੀ ਕੋਸ਼ਿਸ਼ ਕਰਦੇ ਹਨ, ਜਦਕਿ ਕੁਝ ਲੋਕ ਮੇਰੇ ਜੈਸੇ ਹਨ ਜੋ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ
ਆਪਣੇ ਪੁੱਤ ਨੂੰਹ ਨੂੰ, ਆਪਣੇ ਪੋਤਾ ਪੋਤੀ ਨੂੰ ਯਾਦ ਕਰਕੇ ਅੱਖਾਂ ਤੋਂ ਹੰਝੂ ਵਹਾਉਂਦੇ ਰਹਿੰਦੇ ਹਨ। ਵਾਰ-ਵਾਰ ਆਪਣੇ ਘਰ ਪਰਿਵਾਰ ਨੂੰ ਯਾਦ ਕਰਦੇ ਹਨ। ਮਨ ਵਿੱਚ ਆਪਣੇ ਘਰ ਦੇ ਲਈ ਲਗਾਵ ਵੀ ਹੈ, ਪਰ ਉਸੀ ਘਰ ਵਿੱਚ ਰਹਿਣੇ ਵਾਲੇ ਪੁੱਤ ਨੂੰ ਦੇ ਦਿੱਤੇ ਗਏ ਜ਼ਖਮ ਵੀ ਹਨ। ਕੈਲਾਸ਼ ਜੀ ਨੂੰ ਕਵਿਤਾ ਲਿਖਣੇ ਦਾ ਬਹੁਤ ਸ਼ੌਂਕ ਸੀ, ਇਸ ਲਈ ਆਪਣਾ ਦਿਲ ਬਹਿਲਾਣੇ ਦੇ ਲਈ ਉਹ ਕੁਝ ਦੇਰ ਦੇ ਲਈ ਕਵਿਤਾ ਲਿਖਣ ਬੈਠ ਜਾਂਦੇ ਸੀ। ਇੱਕ ਦਿਨ ਜਦ ਉਹ ਕਾਗਜ਼ ਪਰ ਆਪਣੇ ਵਿਚਾਰਾਂ ਨੂੰ ਕਵਿਤਾ ਦਾ ਰੂਪ ਦੇ ਰਹੇ ਸੀ, ਤਾਂ ਉਸ ਪਰ ਆਪਣੇ ਹਾਲਾਤ ਬਿਆਨ ਕਰਦੇ ਕਰਦੇ ਉਹਨਾਂ ਦੀ ਅੱਖਾਂ ਹੰਝੂਆਂ ਨਾਲ ਭਰ ਗਈ। ਉਸੇ ਸਮੇਂ ਬਿਰਧ ਆਸ਼ਰਮ ਦਾ ਸੰਚਾਲਕ ਉਹਨਾਂ ਦੇ ਕੋਲ ਆਇਆ ਅਤੇ ਉਹਨਾਂ ਨੂੰ ਆਵਾਜ਼ ਲਗਾਈ। ਕੈਲਾਸ਼ ਬਾਬੂ ਉਸੇ ਸਮੇਂ ਠਿਠਕ ਕੇ ਬੈਠ ਗਏ ਅਤੇ ਕਾਗਜ਼ ਨੂੰ ਮੋੜ ਕੇ ਆਪਣੀ ਜੇਬ ਵਿੱਚ ਰੱਖ ਲਿੱਤਾ ਅਤੇ ਆਪਣੇ ਹੰਝੂ ਛੁਪਾਉਂਦੇ ਹੋਏ ਬੋਲੇ, ਜੀ ਬੋਲੋ। ਕੈਲਾਸ਼ ਜੀ, ਤੁਹਾਡਾ ਪੁੱਤ ਅਤੇ ਨੂੰਹ ਤੁਹਾਡੇ ਨਾਲ ਮਿਲਣ ਆਏ ਹਨ, ਨਾਲ ਹੀ ਤੁਹਾਡਾ ਪੋਤਾ ਵੀ ਹੈ। ਇਹ ਗੱਲ ਸੁਣ ਕੇ ਕੈਲਾਸ਼ ਜੀ ਹੈਰਾਨ ਹੋ ਗਏ, ਨਾਲ ਹੀ ਉਹਨਾਂ ਦੇ ਚਿਹਰੇ ਪਰ ਨਫ਼ਰਤ ਦੇ ਭਾਵ ਵੀ ਆ ਗਏ। ਸੋਚਣ ਲੱਗੇ, ਅੱਜ ਮੇਰੇ ਪੁੱਤ ਨੂੰ ਮੇਰੀ ਯਾਦ ਕਿਵੇਂ ਆ ਗਈ। ਜਦ ਦਫ਼ਤਰ ਵਿੱਚ ਗਏ ਤਾਂ ਇਸ ਸਮੇਂ ਉਹਨਾਂ ਦਾ 5 ਸਾਲ ਦਾ ਪੋਤਾ ਗੋਲੂ ਉਹਨਾਂ ਨੂੰ ਦੇਖਦੇ ਹੀ ਦਾਦੂ ਦਾਦੂ ਬੋਲਦੇ ਹੋਏ ਉਹਨਾਂ ਦੀ ਤਰਫ ਭੱਜਿਆ ਅਤੇ ਉਹਨਾਂ ਦੀ ਲੱਤਾਂ ਨਾਲ ਚਿਪਕ ਗਿਆ। ਕੈਲਾਸ਼ ਬਾਬੂ ਦੀ ਅੱਖਾਂ ਵਿੱਚੋਂ ਹੰਝੂ ਝਲਕ ਪਏ। ਹੁਣ ਤੱਕ ਉਹ ਮਨ ਮਾਰ ਕੇ ਬਿਰਧ ਆਸ਼ਰਮ ਵਿੱਚ ਜਿਵੇਂ ਤਿਵੇਂ ਜੀ ਰਹੇ ਸੀ, ਪਰ ਆਪਣੇ ਪੋਤੇ ਨੂੰ ਦੇਖਦੇ ਹੀ ਉਹਨਾਂ ਦਾ ਦਿਲ ਕਮਜ਼ੋਰ ਪੈਣ ਲੱਗਾ। ਪਰੰਤੂ ਫਿਰ ਅਚਾਨਕ ਦਿਮਾਗ ਵਿੱਚ ਵਿਚਾਰ ਆਇਆ ਕਿ ਇਹ ਵਕਤ ਮਜ਼ਬੂਤੀ ਨਾਲ ਆਪਣੇ ਫੈਸਲੇ ਪਰ ਟਿਕੇ ਰਹਿਣੇ ਦਾ ਹੈ। ਐਸਾ ਸੋਚਦੇ ਹੋਏ ਗੁੱਸੇ ਨਾਲ ਆਪਣੇ ਪੁੱਤ ਨੂੰ ਦੇਖਦੇ ਹੋਏ ਬੋਲੇ, ਤੂੰ ਇੱਥੇ ਕਿਆ ਕਰਨ ਆਇਆ ਹੈ? ਚੱਲ ਜਾਓ ਇੱਥੇ ਤੋਂ, ਮੈਨੂੰ ਕਿਸੇ ਨਾਲ ਮਿਲਣੇ ਦੀ ਕੋਈ ਜ਼ਰੂਰਤ ਨਹੀਂ ਹੈ। ਮੈਂ ਇੱਥੇ ਬਹੁਤ ਖੁਸ਼ ਹਾਂ ਅਤੇ ਆਪਣੀ ਜ਼ਿੰਦਗੀ ਬੜੀ ਆਰਾਮ ਨਾਲ ਕੱਟ ਰਿਹਾ ਹਾਂ। ਘੱਟ ਤੋਂ ਘੱਟ ਇੱਥੇ ਮੇਰੇ ਨਾਲ ਹੱਸਣੇ ਬੋਲਣੇ ਵਾਲਾ ਤਾਂ ਕੋਈ ਹੈ। ਉਹ ਪਿਤਾ ਜੀ, ਦਰਅਸਲ ਗੱਲ ਇਹ ਹੈ ਕਿ ਅੱਜ ਗੋਲੂ ਦਾ ਜਨਮਦਿਨ ਹੈ ਅਤੇ ਅਸੀਂ ਘਰ ਪਰ ਪਾਰਟੀ ਰੱਖੀ ਹੈ। ਗੋਲੂ ਦੀ ਖਵਾਇਸ਼ ਹੈ ਕਿ ਤੁਸੀਂ ਵੀ ਉਸਦੇ ਜਨਮਦਿਨ ਪਰ ਹਾਜ਼ਰ ਰਹੋ। ਜੇਕਰ ਤੁਸੀਂ ਆਓਗੇ ਤਾਂ ਤੁਹਾਡੇ ਪੋਤੇ ਨੂੰ ਵੀ ਚੰਗਾ ਲੱਗੇਗਾ। ਜਦੀ ਕੈਲਾਸ਼ ਬਾਬੂ ਬੋਲੇ, ਦੇਖੋ ਮੈਂ ਉਹ ਘਰ ਛੱਡ ਚੁੱਕਾ ਹਾਂ ਅਤੇ ਹੁਣ ਮੈਂ ਉੱਥੇ ਦੁਬਾਰਾ ਨਹੀਂ ਜਾਣਾ ਚਾਹੁੰਦਾ। ਇਸ ਸਮੇਂ ਉਹਨਾਂ ਦਾ ਪੁੱਤ ਬੋਲਿਆ, ਪਿਤਾ ਜੀ ਤੁਸੀਂ ਘਰ ਚਲੋ, ਉੱਥੇ ਤੁਹਾਡੇ ਦੋਸਤ ਵੀ ਪਾਰਟੀ ਪਰ ਆ ਰਹੇ ਹਨ। ਮੈਂ ਉਹਨਾਂ ਨੂੰ ਵੀ ਬੁਲਾਇਆ ਹੈ। ਸਾਰੇ ਆਸ ਪੜੋਸ ਵਾਲੇ ਅਤੇ ਰਿਸ਼ਤੇਦਾਰ ਵੀ ਆਉਣਗੇ। ਸਭ ਲੋਕ ਆਉਣਗੇ, ਤੁਹਾਡੇ ਬਾਰੇ ਵਿੱਚ ਪੁੱਛਣਗੇ ਤਾਂ ਅਸੀਂ ਕਿਆ ਕਹਾਂਗੇ। ਜਦੀ ਕੈਲਾਸ਼ ਬਾਬੂ ਬੋਲੇ, ਅੱਛਾ ਤਾਂ ਅੱਜ ਮੈਨੂੰ ਆਪਣੇ ਪੁੱਤ ਦੇ ਜਨਮਦਿਨ ਦੇ ਲਈ ਬੁਲਾਣੇ ਨਹੀਂ, ਬਲਕਿ ਆਪਣੀ ਇੱਜ਼ਤ ਬਚਾਉਣੇ ਦੇ ਲਈ ਤੁਸੀਂ ਬੁਲਾਉਣ ਆਏ ਹੋ। ਸਾਰੇ ਰਿਸ਼ਤੇਦਾਰ ਆਉਣਗੇ ਤਾਂ ਪੁੱਛਣਗੇ ਤੇਰੇ ਪਿਤਾ ਜੀ ਕਿੱਥੇ ਹਨ, ਤਾਂ ਤੂੰ ਕਿਆ ਜਵਾਬ ਦੇਵੇਂਗਾ। ਇਸ ਲਈ ਤੂੰ ਮੈਨੂੰ ਬੁਲਾਉਣ ਲਈ ਆਇਆ ਹੈ। ਹੁਣੇ ਦੇ ਹੁਣੇ ਚਲੇ ਜਾਓ ਇੱਥੇ ਤੋਂ, ਮੈਂ ਕਿਤੇ ਨਹੀਂ ਜਾਣ ਵਾਲਾ। ਹਾਂ, ਤੁਸੀਂ ਲੋਕ ਕਿੰਨੇ ਸਵਾਰਥੀ ਹੋ ਗਏ ਹੋ। ਜ਼ਰੂਰਤ ਪਈ ਤਾਂ ਬੁਲਾਉਣ ਆ ਗਏ, ਵਰਨਾ ਇੰਨੇ ਮਹੀਨਿਆਂ ਤੋਂ ਮੈਂ ਇੱਥੇ ਬਿਰਧ ਆਸ਼ਰਮ ਵਿੱਚ ਹਾਂ, ਇੱਕ ਵਾਰ ਵੀ ਖਬਰ ਲੈਣ ਨਹੀਂ ਆਏ ਕਿ ਮੈਂ ਜੀ ਵੀ ਰਿਹਾ ਹਾਂ ਜਾਂ ਮਰ ਗਿਆ। ਇੰਨਾ ਤਾਂ ਦੂਰ ਫੋਨ ਕਰਕੇ ਵੀ ਮੇਰਾ ਹਾਲ ਚਾਲ ਪੁੱਛਣੇ ਦੀ ਜ਼ਰੂਰਤ ਨਹੀਂ ਸਮਝੀ ਤੁਸੀਂ ਲੋਕਾਂ ਨੇ। ਇੰਨਾ ਤੱਕ ਨਹੀਂ ਪੁੱਛਿਆ ਕਿ ਘਰ ਛੱਡ ਕੇ ਬਿਰਧ ਆਸ਼ਰਮ ਕਿਉਂ ਚੱਲ ਗਏ। ਅੱਜ ਜ਼ਰੂਰਤ ਪਈ ਤਾਂ ਹੱਥ ਜੋੜ ਕੇ ਮੈਨੂੰ ਲੈਣ ਆ ਗਏ ਹੋ। ਨਹੀਂ, ਹੁਣ ਤੋਂ ਇਹ ਮੇਰਾ ਘਰ ਹੈ, ਮੈਂ ਕਿਤੇ ਨਹੀਂ ਜਾਊਂਗਾ ਆਪਣੇ ਘਰ ਨੂੰ ਛੱਡ ਕੇ।
ਐਸਾ ਕਹਿੰਦੇ ਹੋਏ ਕੈਲਾਸ਼ ਬਾਬੂ ਆਪਣੇ ਕਮਰੇ ਦੀ ਤਰਫ ਜਾਣ ਲੱਗੇ। ਜਦੀ ਪੁੱਤ ਅਤੇ ਨੂੰਹ ਦੋਵਾਂ ਨੇ ਆਪਸ ਵਿੱਚ ਪਲਾਨ ਬਣਾਇਆ ਕਿ ਪਿਤਾ ਜੀ ਇਵੇਂ ਨਹੀਂ ਮੰਨਣਗੇ, ਕੁਛ ਤਾਂ ਕਰਨਾ ਪਵੇਗਾ। ਜਦੀ ਅਸੀਂ ਇਹਨਾਂ ਨੂੰ ਆਪਣੇ ਘਰ ਲੈ ਕੇ ਜਾ ਸਕਾਂਗੇ ਅਤੇ ਰਿਸ਼ਤੇਦਾਰਾਂ ਦੇ ਤਾਨੇ ਸੁਣਨ ਤੋਂ ਬਚ ਸਕਾਂਗੇ। ਇਸ ਲਈ ਦੋਵੇਂ ਰੋਂਦੀ ਸੂਰਤ ਲੈ ਕੇ ਕੈਲਾਸ਼ ਬਾਬੂ ਦੇ ਕੋਲ ਗਏ ਅਤੇ ਬੇਨਤੀ ਕਰਦੇ ਹੋਏ ਕਹਿਣ ਲੱਗੇ, ਪਿਤਾ ਜੀ ਮਾफ़ ਕਰ ਦਿਓ, ਤੁਹਾਡੇ ਪੋਤੇ ਦਾ ਜਨਮ ਦਿਨ ਹੈ, ਕਿਆ ਤੁਹਾਨੂੰ ਆਪਣੇ ਪੋਤੇ ਦੀ ਖੁਸ਼ੀਆਂ ਵਿੱਚ ਸ਼ਾਮਿਲ ਹੋਣੇ ਦਾ ਵੀ ਮਨ ਨਹੀਂ ਕਰ ਰਿਹਾ। ਇੰਨੀ ਗੱਲ ਸੁਣ ਕੇ ਕੈਲਾਸ਼ ਬਾਬੂ ਦਾ ਦਿਲ ਪਿਘਲਣ ਲੱਗਾ। ਜਦੀ ਗੋਲੂ ਬੋਲਿਆ, ਚਲੋ ਨਾ ਦਾਦੂ, ਬਹੁਤ ਮਸਤੀ ਕਰਾਂਗੇ। ਆਪਣੇ ਪੋਤੇ ਦੀ ਗੱਲ ਸੁਣ ਕੇ ਕੈਲਾਸ਼ ਬਾਬੂ ਖੁਦ ਨੂੰ ਰੋਕ ਨਹੀਂ ਪਾ ਰਹੇ ਸੀ, ਪਰੰਤੂ ਦੋਨਾਂ ਪੁੱਤਾਂ ਅਤੇ ਨੂੰਹਾਂ ਦੀ ਕਰਤੂਤ ਦੀ ਵਜ੍ਹਾ ਨਾਲ ਉਹ ਘਰ ਨਹੀਂ ਜਾਣਾ ਚਾਹੁੰਦੇ ਸੀ। ਪਰ ਗੋਲੂ ਨੇ ਕਿਹਾ ਤਾਂ ਉਹ ਘਰ ਜਾਣੇ ਦੇ ਲਈ ਤਿਆਰ ਹੋ ਗਏ। ਫਿਰ ਬੋਲੇ, ਪਰ ਮੇਰੀ ਇੱਕ ਸ਼ਰਤ ਹੈ, ਮੈਂ ਘਰ ਪਰ ਚੱਲੂੰਗਾ, ਪਰ ਜਿਵੇਂ ਹੀ ਗੋਲੂ ਦਾ ਜਨਮ ਦਿਨ ਹੋ ਜਾਵੇਗਾ ਉਸ ਦੇ ਬਾਅਦ ਮੈਨੂੰ ਬਿਰਧ ਆਸ਼ਰਮ ਵਾਪਿਸ ਲੌਟਣਾ ਹੈ ਅਤੇ ਤੁਸੀਂ ਲੋਕ ਮੈਨੂੰ ਬਿਰਧ ਆਸ਼ਰਮ ਵਿੱਚ ਛੱਡਣ ਆਓਗੇ। ਪੁੱਤ ਨੂੰ ਇਸ ਗੱਲ ਦੇ ਲਈ ਤਿਆਰ ਹੋ ਜਾਂਦੇ ਹਨ। ਗੋਲੂ ਦਾ ਜਨਮ ਦਿਨ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਸਾਰੇ ਰਿਸ਼ਤੇਦਾਰ ਅਤੇ ਆਸ ਪੜੋਸ ਦੇ ਲੋਕ ਬਹੁਤ ਚੰਗੇ ਨਾਲ ਮਿਲਦੇ ਜੁਲਦੇ ਹਨ। ਕੈਲਾਸ਼ ਬਾਬੂ ਦੇ ਪੁਰਾਣੇ ਦੋਸਤ ਵੀ ਅੱਜ ਉਹਨਾਂ ਨੂੰ ਬਹੁਤ ਦਿਨਾਂ ਬਾਅਦ ਮਿਲੇ, ਪਰੰਤੂ ਕੈਲਾਸ਼ ਬਾਬੂ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਅਤੇ ਹੱਸਦੇ ਮੁਸਕਰਾਉਂਦੇ ਹੋਏ ਪੂਰੀ ਪਾਰਟੀ ਦਾ ਆਨੰਦ ਉਠਾਇਆ। ਪਰੰਤੂ ਉਹਨਾਂ ਦੇ ਮਨ ਵਿੱਚ ਕੁਝ ਵਿਚਾਰ ਚੱਲ ਰਹੇ ਸੀ। ਉਹ ਸੋਚ ਰਹੇ ਸੀ ਕਿ ਕੱਲ੍ਹ ਮੈਂ ਆਪਣੇ ਪੁੱਤ ਨੂੰ ਜੋ ਸਰਪ੍ਰਾਈਜ਼ ਮੈਂ ਦੇਣ ਵਾਲਾ ਹਾਂ ਉਸ ਦੀ ਤਾਂ ਉਹਨਾਂ ਨੇ ਕਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਜਦ ਪਾਰਟੀ ਖਤਮ ਹੋਈ ਤਾਂ ਬਹੁਤ ਰਾਤ ਹੋ ਚੁੱਕੀ ਸੀ। ਉਸੇ ਸਮੇਂ ਕੈਲਾਸ਼ ਨਾਥ ਜੀ ਘਰ ਪਰ ਹੀ ਰੁਕ ਗਏ। ਜਦ ਆਪਣੇ ਕਮਰੇ ਵਿੱਚ ਸੌਣੇ ਦੇ ਲਈ ਗਏ ਤਾਂ ਆਪਣੀ ਪਤਨੀ ਸੁਧਾ ਦੀ ਯਾਦਾਂ ਵਿੱਚ ਗੁਆਚ ਗਏ। ਤੁਸੀਂ ਵੀ ਨਾ, ਦੋ ਰੋਟੀਆਂ ਨਾਲ ਕਿਆ ਪੇਟ ਭਰਦਾ ਹੈ, ਇੱਕ ਰੋਟੀ ਤਾਂ ਹੋਰ ਲੈ ਲਵੋ ਜੀ, ਹੁਣੇ ਗਰਮ-ਗਰਮ ਸੇਕ ਰਹੀ ਹਾਂ, ਇੱਕ ਰੋਟੀ ਹੋਰ ਮੇਰੇ ਕਹਿਣੇ ਪਰ ਖਾ ਲਵੋ ਜੀ, ਤੁਸੀਂ ਖਾਂਦੇ ਹੋ ਤਾਂ ਮੇਰੇ ਤਨ ਨੂੰ ਲੱਗਦਾ ਹੈ। ਅਰੇ ਨਹੀਂ ਸੁਧਾ, ਮੇਰਾ ਪੇਟ ਪੂਰਾ ਭਰ ਚੁੱਕਿਆ ਹੈ, ਹੋਰ ਕਿੰਨਾ ਖਿਲਾਓਗੀ। ਆਪਣੀ ਪਤਨੀ ਨੂੰ ਯਾਦ ਕਰਦੇ ਕਰਦੇ ਕੈਲਾਸ਼ ਬਾਬੂ ਸੋਚਣ ਲੱਗੇ ਕਿ ਇੱਕ ਸੁਧਾ ਸੀ ਜੋ ਮੈਨੂੰ ਇੱਕ ਗਿਲਾਸ ਪਾਣੀ ਦੀ ਵੀ ਖੁਦ ਤੋਂ ਚੁੱਕਣ ਨਹੀਂ ਦਿੰਦੀ ਸੀ, ਅਤੇ ਇੱਕ ਉਸਦੀ ਨੂੰਹ ਹੈ ਜਿਸ ਨੇ ਮੈਨੂੰ ਇੱਕ ਰੋਟੀ ਦੇ ਲਈ ਤਰਸਾ ਦਿੱਤਾ। ਛੋਟੇ ਤੋਂ ਛੋਟਾ ਕੰਮ ਵੀ ਮੇਰੇ ਪਰ ਪਾ ਦਿੰਦੀ ਹੈ। ਸਬਜ਼ੀ ਲਿਆਉਣੇ ਤੋਂ ਲੈ ਕੇ ਇਸ ਘਰ ਦੀ ਸਾਫ਼ ਸਫਾਈ ਤੱਕ ਦਾ ਸਾਰਾ ਕੰਮ ਮੇਰੇ ਤੋਂ ਕਰਵਾਉਂਦੀ ਸੀ। ਮੈਨੂੰ ਉਹ ਕੰਮ ਕਰਨੇ ਵਿੱਚ ਵੀ ਦਿੱਕਤ ਨਹੀਂ ਸੀ, ਪਰੰਤੂ ਸਭ ਕਰਨੇ ਦੇ ਬਾਅਦ ਵੀ ਜੇਕਰ ਘਰ ਵਿੱਚ ਇੱਜ਼ਤ ਨਾ ਮਿਲੇ ਤਾਂ ਐਸੀ ਜ਼ਿੰਦਗੀ ਕਿਸ ਕੰਮ ਦੀ। ਆਪਣੀ ਪਤਨੀ ਦੀ ਯਾਦਾਂ ਵਿੱਚ ਗੁੰਮ ਪਤਾ ਨਹੀਂ ਕਦ ਉਹਨਾਂ ਦੀ ਅੱਖ ਲੱਗ ਗਈ। ਸਵੇਰੇ ਜਦ ਸੌ ਕੇ ਉੱਠੇ ਤਾਂ ਦੇਖਿਆ ਪੁੱਤ ਅਤੇ ਨੂੰਹ ਦੋਨੋਂ ਤਿਆਰ ਖੜੇ ਸੀ। ਜਿਵੇਂ ਹੀ ਉਹ ਬਾਹਰ ਆਏ ਤਾਂ ਨੂੰਹ ਰੇਖਾ ਬੋਲੀ, ਚਲੋ ਪਿਤਾ ਜੀ ਤਿਆਰ ਹੋ ਜਾਓ, ਤੁਹਾਨੂੰ ਵਾਪਸ ਬਿਰਧ ਆਸ਼ਰਮ ਵਿੱਚ ਛੱਡ ਆਉਂਦੇ ਹਾਂ। ਐਸਾ ਕਹਿੰਦੇ ਹੋਏ ਰੇਖਾ ਦੇ ਮਨ ਵਿੱਚ ਵਿਚਾਰ ਚੱਲ ਰਹੇ ਸੀ ਕਿ ਕਿਤੇ ਪਿਤਾ ਜੀ ਹਮੇਸ਼ਾ ਦੇ ਲਈ ਇੱਥੇ ਹੀ ਰੁਕਣੇ ਦਾ ਮਨ ਨਾ ਬਣਾ ਲੈਣ, ਇਸ ਲਈ ਜਲਦੀ ਤੋਂ ਜਲਦੀ ਉਹਨਾਂ ਨੂੰ ਬਿਰਧ ਆਸ਼ਰਮ ਛੱਡ ਦੇਣਾ ਹੀ ਉਚਿਤ ਹੋਵੇਗਾ। ਕੈਲਾਸ਼ ਬਾਬੂ ਉਹਨਾਂ ਨੂੰ ਦੇਖ ਕੇ ਹੈਰਾਨ ਸੀ ਅਤੇ ਆਪਣੇ ਪੁੱਤ ਨੂੰ ਦੇ ਇਰਾਦੇ ਨੂੰ ਚੰਗੀ ਤਰ੍ਹਾਂ ਨਾਲ ਸਮਝ ਰਹੇ ਸੀ। ਇਸ ਲਈ
ਉਹ ਵੀ ਜਲਦੀ ਨਾਲ ਨਹਾ ਧੋ ਕੇ ਤਿਆਰ ਹੋ ਜਾਂਦੇ ਹਨ। ਜਿਵੇਂ ਹੀ ਬ੍ਰਿਧ ਆਸ਼ਰਮ ਵਿੱਚ ਜਾਣੇ ਦੇ ਲਈ ਗੱਡੀ ਵਿੱਚ ਬੈਠਣ ਲੱਗਦੇ ਹਨ, ਉਹ ਦੇਖਦੇ ਹਨ ਕਿ ਉਹਨਾਂ ਦੀ ਨੂੰਹ ਰੇਖਾ ਦੇ ਚਿਹਰੇ ਪਰ ਇੱਕ ਸੰਤੁਸ਼ਟੀ ਭਰੀ ਮੁਸਕਾਨ ਸੀ। ਮਨ ਹੀ ਮਨ ਸੋਚਣ ਲੱਗੇ ਕਿ ਚਲੋ ਪੁੱਤ, ਅੱਜ ਤੁਹਾਨੂੰ ਜੋ ਸਰਪ੍ਰਾਈਜ਼ ਦੇਵਾਂਗਾ, ਉਸ ਦੇ ਬਾਅਦ ਤੋਂ ਤਾਂ ਤੁਸੀਂ ਬ੍ਰਿਧ ਆਸ਼ਰਮ ਦਾ ਨਾਮ ਲੈਣਾ ਵੀ ਭੁੱਲ ਜਾਓਗੇ। ਕੈਲਾਸ਼ ਬਾਬੂ ਐਸਾ ਸੋਚ ਕੇ ਕਾਰ ਵਿੱਚ ਬੈਠ ਜਾਂਦੇ ਹਨ। ਇੱਕ ਪਲ ਨੂੰ ਆਪਣੇ ਘਰ ਨੂੰ ਦੇਖਦੇ ਹਨ, ਫਿਰ ਸੋਚਦੇ ਹਨ ਕਿ ਠੀਕ ਹੈ, ਜਿੱਥੇ ਮਨ ਨੂੰ ਤਸੱਲੀ ਮਿਲੇ ਉੱਥੇ ਹੀ ਰਹਿਣਾ ਚਾਹੀਦਾ। ਇੱਥੇ ਤਾਂ ਪੁੱਤ ਨੂੰ ਮੈਨੂੰ ਨਿਕਾਲਣੇ ਦੀ ਬਹੁਤ ਜਲਦੀ ਹੈ, ਤਾਂ ਰਹਿ ਕੇ ਵੀ ਕਿਆ ਕਰੂੰਗਾ। ਆਪਣਾ ਬ੍ਰਿਧ ਆਸ਼ਰਮ ਹੀ ਚੰਗਾ ਹੈ, ਜਿੱਥੇ ਮੈਂ ਆਪਣੇ ਹਿਸਾਬ ਨਾਲ ਖਾਂਦਾ ਹਾਂ, ਆਪਣੇ ਹਿਸਾਬ ਨਾਲ ਰਹਿੰਦਾ ਹਾਂ ਅਤੇ ਆਪਣੀ ਮਨਪਸੰਦ ਦਾ ਕੰਮ ਕਰਦਾ ਹਾਂ। ਕਿਸੇ ਦੀ ਚਿਕ ਨਹੀਂ ਹੁੰਦੀ। ਜਿਵੇਂ ਹੀ ਬ੍ਰਿਧ ਆਸ਼ਰਮ ਦੇ ਸਾਹਮਣੇ ਕਾਰ ਰੁਕੀ ਤਾਂ ਪੁੱਤ ਨੂੰ ਕਾਰ ਤੋਂ ਉਤਰ ਕੇ ਬਾਹਰ ਖੜੇ ਹੋ ਗਏ। ਕੈਲਾਸ਼ ਬਾਬੂ ਵੀ ਕਾਰ ਤੋਂ ਨਿਕਲੇ ਅਤੇ ਅੰਦਰ ਜਾਣ ਲੱਗੇ। ਜਾਂਦੇ ਜਾਂਦੇ ਰੁਕ ਗਏ ਅਤੇ ਪਿੱਛੇ ਮੁੜ ਕੇ ਆਪਣੇ ਪੁੱਤ ਨੂੰ ਆਵਾਜ਼ ਲਗਾਈ। ਉਹ ਦੋਨੋਂ ਆਪਣੀ ਕਾਰ ਵਿੱਚ ਬੈਠਣ ਹੀ ਲੱਗੇ ਸੀ, ਜਦੀ ਕੈਲਾਸ਼ ਬਾਬੂ ਦੀ ਆਵਾਜ਼ ਸੁਣ ਕੇ ਰੁਕ ਗਏ। ਕੈਲਾਸ਼ ਬਾਬੂ ਨੇ ਫਿਰ ਕਿਹਾ, ਵਾਪਿਸ ਨਾ ਜਾਓ, ਮੈਨੂੰ ਤੁਹਾਨੂੰ ਕਿਸੇ ਨਾਲ ਮਿਲਾਣਾ ਹੈ। ਉਹਨਾਂ ਦੇ ਪੁੱਤ ਨੂੰ ਉਹਨਾਂ ਦੇ ਪਿੱਛੇ ਪਿੱਛੇ ਚੱਲ ਪਏ। ਬ੍ਰਿਧ ਆਸ਼ਰਮ ਦੇ ਪਾਰਕ ਵਿੱਚ ਪਹੁੰਚ ਗਏ ਕਿ ਕੈਲਾਸ਼ ਬਾਬੂ ਉੱਥੇ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਜਾਨਕੀ ਜੀ ਨੂੰ ਬੁਲਾਣੇ ਨੂੰ ਕਹਿੰਦੇ ਹਨ। ਜਾਨਕੀ ਜੀ ਜਿਵੇਂ ਹੀ ਬਾਹਰ ਆਈ, ਵੈਸੇ ਹੀ ਕੈਲਾਸ਼ ਬਾਬੂ ਦਾ ਪੁੱਤ ਉਹਨਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਅਤੇ ਨੂੰਹ ਰੇਖਾ ਨੂੰ ਤਾਂ ਜਿਵੇਂ ਕਾਟੋ ਤਾਂ ਖੂਨ ਨਹੀਂ, ਉਸਦੀ ਹੈਰਾਨੀ ਦਾ ਟਿਕਾਣਾ ਨਹੀਂ ਸੀ। ਭੱਜ ਕੇ ਜਾਨਕੀ ਜੀ ਦੇ ਗਲੇ ਲੱਗ ਗਈ ਅਤੇ ਫੁੱਟ ਕੇ ਰੋਣ ਲੱਗੀ ਅਤੇ ਬੋਲੀ, ਮਾਂ, ਤੁਸੀਂ ਇੱਥੇ ਕਿਆ ਕਰ ਰਹੀ ਹੋ? ਤੁਸੀਂ ਇੱਥੇ ਕਦ ਆਈ ਅਤੇ ਤੁਸੀਂ ਮੈਨੂੰ ਦੱਸਿਆ ਵੀ ਨਹੀਂ। ਪਰੰਤੂ ਉਸਦੀ ਗੱਲਾਂ ਦਾ ਜਾਨਕੀ ਜੀ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਰੇਖਾ ਬੋਲੀ, ਮੈਨੂੰ ਤਾਂ ਇਹ ਲੱਗਦਾ ਸੀ ਕਿ ਤੁਸੀਂ ਭਾਈ ਭਾਬੀ ਦੇ ਨਾਲ ਬਹੁਤ ਚੰਗੇ ਨਾਲ ਰਹਿ ਰਹੀ ਹੋ। ਕੱਲ੍ਹ ਹੀ ਮੇਰੀ ਭਾਬੀ ਨਾਲ ਗੱਲ ਹੋਈ ਸੀ, ਉਹਨਾਂ ਨੇ ਵੀ ਨਹੀਂ ਦੱਸਿਆ ਕਿ ਤੁਸੀਂ ਬ੍ਰਿਧ ਆਸ਼ਰਮ ਵਿੱਚ ਹੋ। ਮੈਂ ਤੁਹਾਡੇ ਬਾਰੇ ਵਿੱਚ ਭਾਬੀ ਤੋਂ ਕਿੰਨੇ ਦਿਨਾਂ ਤੋਂ ਪੁੱਛ ਰਹੀ ਸੀ ਕਿ ਮਾਂ ਨਾਲ ਗੱਲ ਨਹੀਂ ਹੋ ਰਹੀ, ਮਾਂ ਕਿੱਥੇ ਹੈ? ਇੱਕ ਵਾਰ ਤਾਂ ਮੇਰੀ ਗੱਲ ਕਰਵਾ ਦਿਓ। ਤਾਂ ਭਾਬੀ ਨੇ ਕਿਹਾ ਕਿ ਤੁਸੀਂ ਤੀਰਥ ਯਾਤਰਾ ਪਰ ਗਈ ਹੋ, ਇਸ ਲਈ ਮੇਰੀ ਤੁਹਾਡੇ ਨਾਲ ਗੱਲ ਨਹੀਂ ਹੋ ਪਾਏਗੀ। ਅਤੇ ਮੈਂ ਵੀ ਯਕੀਨ ਕਰ ਲਿੱਤਾ ਕਿ ਤੁਸੀਂ ਤੀਰਥ ਯਾਤਰਾ ਪਰ ਗਈ ਹੋ, ਪਰ ਮੈਨੂੰ ਕਿਆ ਪਤਾ ਸੀ ਕਿ ਉਸ ਜ਼ਾਲਿਮ ਔਰਤ ਨੇ ਤੁਹਾਨੂੰ ਬ੍ਰਿਧ ਆਸ਼ਰਮ ਵਿੱਚ ਛੱਡ ਦਿੱਤਾ ਹੈ। ਆਪਣੀ ਬੇਟੀ ਦੀ ਗੱਲ ਸੁਣ ਕੇ ਜਾਨਕੀ ਜੀ ਫੁੱਟ ਕੇ ਰੋਣ ਲੱਗੀ ਅਤੇ ਬੋਲੀ, ਬੇਟਾ, ਤੇਰੇ ਭਾਈ ਭਾਬੀ ਝੂਠ ਬੋਲ ਰਹੇ ਸੀ। ਮੈਨੂੰ 1 ਮਹੀਨਾ ਪਹਿਲਾਂ ਹੀ ਉਹ ਬ੍ਰਿਧ ਆਸ਼ਰਮ ਵਿੱਚ ਛੱਡ ਚਲੇ ਗਏ ਸੀ। ਪਰ ਮਾਂ, ਤੁਸੀਂ ਮੈਨੂੰ ਫੋਨ ਕਰਕੇ ਦੱਸ ਵੀ ਤਾਂ ਸਕਦੀ ਸੀ, ਮੈਂ ਤੁਰੰਤ ਇੱਥੇ ਪਹੁੰਚ ਜਾਂਦੀ। ਉਹਨਾਂ ਲੋਕਾਂ ਦੀ ਹਿੰਮਤ ਕਿਵੇਂ ਹੋਈ ਮੇਰੀ ਮਾਂ ਦੇ ਨਾਲ ਇਹ ਸਭ ਕਰਨੇ ਦੀ? ਇੰਨਾ ਕਹਿੰਦੇ ਹੋਏ ਰੇਖਾ ਆਪਣੀ ਮਾਂ ਨਾਲ ਲਿਪਟ ਗਈ। ਮੈਂ ਤੈਨੂੰ ਫੋਨ ਕਰਕੇ ਕਿਵੇਂ ਦੱਸ ਸਕਦੀ ਸੀ? ਜਿਸ ਦਿਨ ਮੈਂ ਬ੍ਰਿਧ ਆਸ਼ਰਮ ਵਿੱਚ ਆਈ, ਮੈਂ ਤੇਰੇ ਸਸੁਰ ਜੀ ਨੂੰ ਇੱਥੇ ਦੇਖਿਆ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਤੇਰੇ ਵਿੱਚ ਅਤੇ ਤੇਰੀ ਭਾਬੀ ਵਿੱਚ ਕੋਈ ਫਰਕ ਹੀ ਨਹੀਂ ਹੈ। ਫਿਰ ਮੈਂ ਤੈਨੂੰ ਫੋਨ ਕਰਕੇ ਤੇਰੇ ਭਾਈ ਭਾਬੀ ਦੀ ਕਰਤੂਤ ਦੇ ਬਾਰੇ ਵਿੱਚ ਕਿਆ ਦੱਸਦੀ? ਇੰਨਾ ਕਹਿੰਦੇ ਹੋਏ ਜਾਨਕੀ ਜੀ ਨੇ ਉਸ ਨੂੰ ਆਪਣੇ ਤੋਂ ਅਲੱਗ ਕਰ ਦਿੱਤਾ। ਤੂੰ ਮੇਰੀ ਬੇਟੀ ਕਹਾਉਣ ਦੇ ਲਾਇਕ ਹੀ ਨਹੀਂ ਹੈ, ਇਸ ਲਈ ਮੇਰੇ ਤੋਂ ਦੂਰ ਰਹੋ। ਜੇਕਰ ਮੇਰੇ ਪੁੱਤ ਨੂੰ ਨੇ ਮੈਨੂੰ ਘਰ ਤੋਂ ਕੱਢਿਆ ਹੈ
ਤਾਂ ਮੇਰੀ ਬੇਟੀ ਨੇ ਵੀ ਸਹੁਰੇ ਨੂੰ ਘਰ ਤੋਂ ਕੱਢਿਆ ਹੈ, ਤਾਂ ਕੁੱਲ ਮਿਲਾ ਕੇ ਮੇਰੀ ਦੋਵੇਂ ਔਲਾਦਾਂ ਹੀ ਨਿਕੰਮੀ ਨਿਕਲੀ। ਹੁਣ ਤਾਂ ਮੈਨੂੰ ਖੁਦ ਨੂੰ ਤੇਰੀ ਮਾਂ ਕਹਿਣੇ ਪਰ ਵੀ ਸ਼ਰਮ ਆਉਂਦੀ ਹੈ। ਇੱਕ ਨੇ ਆਪਣੀ ਮਾਂ ਨੂੰ ਘਰ ਤੋਂ ਕੱਢ ਦਿੱਤਾ ਅਤੇ ਇੱਕ ਨੇ ਆਪਣੇ ਸਹੁਰੇ ਨੂੰ ਘਰ ਤੋਂ ਕੱਢ ਦਿੱਤਾ। ਆਪਣੀ ਮਾਂ ਦੀ ਗੱਲਾਂ ਸੁਣ ਕੇ ਰੇਖਾ ਦਾ ਸਿਰ ਸ਼ਰਮ ਨਾਲ ਝੁਕ ਗਿਆ। ਮਾਂ, ਮੈਨੂੰ ਮਾਫ਼ ਕਰ ਦਿਓ, ਮੈਂ ਬਹੁਤ ਸ਼ਰਮਿੰਦਾ ਹਾਂ। ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ। ਮੈਂ ਕਦੀ ਨਹੀਂ ਸੋਚਿਆ ਸੀ ਕਿ ਮੈਂ ਜੋ ਆਪਣੀ ਸੱਸ ਸਹੁਰੇ ਦੇ ਨਾਲ ਕਰ ਰਹੀ ਹਾਂ, ਉਹ ਮੇਰੇ ਮਾਂ-ਬਾਪ ਦੇ ਨਾਲ ਵੀ ਹੋ ਸਕਦਾ ਹੈ। ਜਦੀ ਜਾਨਕੀ ਜੀ ਬੋਲੀ, ਬੇਟਾ ਵੈਸੇ ਤਾਂ ਤੇਰੀ ਗਲਤੀ ਮਾਫ਼ ਕਰਨੇ ਦੇ ਲਾਇਕ ਨਹੀਂ ਹੈ। ਫਿਰ ਵੀ ਜੇਕਰ ਮਾफ़ੀ ਮੰਗਣੀ ਹੈ ਤਾਂ ਮੇਰੇ ਤੋਂ ਨਹੀਂ, ਆਪਣੇ ਸਹੁਰਾ ਜੀ ਤੋਂ ਮੰਗੋ। ਆਪਣੀ ਕਰਤੂਤਾਂ ਪਰ ਸ਼ਰਮਿੰਦਾ ਹੋਈ ਰੇਖਾ ਆਪਣੇ ਸਹੁਰਾ ਜੀ ਤੋਂ ਦੀ ਤਰਫ ਮੁੜੀ ਅਤੇ ਉਹਨਾਂ ਦੇ ਪੈਰਾਂ ਵਿੱਚ ਗਿਰ ਗਈ। ਮੈਨੂੰ ਮਾਫ਼ ਕਰ ਦਵੋ ਪਿਤਾ ਜੀ। ਜਦੀ ਰੋਹਨ ਨੇ ਵੀ ਮਾਫ਼ੀ ਮੰਗਦੇ ਹੋਏ ਕਿਹਾ, ਹੁਣ ਤੁਸੀਂ ਦੋਨੋਂ ਘਰ ਚਲੋ ਅਤੇ ਸਾਨੂੰ ਆਪਣੀ ਸੇਵਾ ਕਰਨੇ ਦਾ ਮੌਕਾ ਦੇਵੋ। ਤਾਂ ਕੈਲਾਸ਼ ਜੀ ਅਤੇ ਜਾਨਕੀ ਜੀ ਦੋਵਾਂ ਨੇ ਹੀ ਘਰ ਜਾਣੇ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਸਾਨੂੰ ਹੁਣ ਨੂੰਹ ਪੁੱਤ ਜਾਂ ਬੇਟੀ ਦੇ ਕੋਲ ਨਹੀਂ ਰਹਿਣਾ ਹੈ। ਅਸੀਂ ਬਿਰਧ ਆਸ਼ਰਮ ਵਿੱਚ ਹੀ ਰਹਿ ਕੇ ਸੁਖੀ ਹਾਂ। ਦੋਵਾਂ ਨੇ ਲੱਖ ਮਨਾਉਣ ਦੀ ਕੋਸ਼ਿਸ਼ ਕੀਤੀ, ਪਰੰਤੂ ਕੈਲਾਸ਼ ਜੀ ਅਤੇ ਜਾਨਕੀ ਜੀ ਦਾ ਇੱਕ ਹੀ ਜਵਾਬ ਸੀ, ਇੱਕ ਵਾਰ ਧੋਖਾ ਖਾ ਚੁੱਕੇ ਹਾਂ। ਹੁਣ ਇਸ ਉਮਰ ਵਿੱਚ ਸਾਡੇ ਸਰੀਰ ਵਿੱਚ ਇੰਨੀ ਜਾਨ ਨਹੀਂ ਬਚੀ ਹੈ ਕਿ ਵਾਰ-ਵਾਰ ਬੱਚਿਆਂ ਦੁਆਰਾ ਦਿੱਤੇ ਗਏ ਧੋਖੇ ਝੱਲ ਸਕੀਏ। ਇੰਨਾ ਕਹਿ ਕੇ ਕੈਲਾਸ਼ ਜੀ ਅਤੇ ਜਾਨਕੀ ਜੀ ਆਪਣੇ ਕਮਰੇ ਵਿੱਚ ਚਲ ਗਏ। ਰੇਖਾ ਅਤੇ ਰੋਹਨ ਦੁਖੀ ਮਨ ਨਾਲ ਵਾਪਿਸ ਆਪਣੇ ਘਰ ਚਲੇ ਗਏ। ਘਰ ਪਹੁੰਚ ਕੇ ਉਹਨਾਂ ਨੇ ਦੇਖਿਆ ਕਿ ਪਿਤਾ ਜੀ ਦੇ ਕਮਰੇ ਵਿੱਚ ਉਹਨਾਂ ਦੇ ਬਿਸਤਰ ਦੇ ਉੱਪਰ ਇੱਕ ਕਾਗਜ਼ ਰੱਖਿਆ ਸੀ, ਜੋ ਸ਼ਾਇਦ ਉਹਨਾਂ ਦੀ ਜੇਬ ਵਿੱਚ ਤੋਂ ਨਿਕਲ ਕੇ ਗਿਰ ਗਿਆ ਸੀ। ਜਦ ਰੋਹਨ ਨੇ ਉਸ ਕਾਗਜ਼ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਉਸ ਦੇ ਪਿਤਾ ਜੀ ਨੇ ਇੱਕ ਕਵਿਤਾ ਲਿਖੀ ਹੋਈ ਸੀ। ਕਿਆ ਕਿਸੇ ਨੇ ਦੇਖਿਆ ਹੈ, ਮੌਤ ਤੋਂ ਪਹਿਲਾਂ ਵੀ ਮੌਤ ਆਉਂਦੀ ਹੈ। ਹਾਂ, ਮੈਂ ਦੇਖਿਆ ਹੈ, ਅੱਜ ਮੌਤ ਤੋਂ ਪਹਿਲਾਂ ਵੀ ਮੌਤ ਆਉਂਦੀ ਹੈ। ਜਦ ਜ਼ਿੰਦਗੀ ਆਪਣੇ ਆਖਰੀ ਪੜਾਅ ਪਰ ਆ ਜਾਂਦੀ ਹੈ, ਸਰੀਰ ਵੀ ਕੰਮ ਨਹੀਂ ਕਰਦਾ, ਸਿਰਫ ਸਾਹ ਆਉਂਦੇ ਜਾਂਦੇ ਹਨ। ਹਾਂ, ਮੈਂ ਦੇਖਿਆ ਹੈ, ਮੌਤ ਤੋਂ ਪਹਿਲਾਂ ਵੀ ਮੌਤ ਆਉਂਦੀ ਹੈ। ਆਪਣੇ ਪਿਤਾ ਦੁਆਰਾ ਲਿਖੇ ਇਹਨਾਂ ਸ਼ਬਦਾਂ ਨੂੰ ਦੇਖ ਕੇ ਰੋਹਨ ਦੇ ਦਿਲ ਪਰ ਨਾ ਜਾਣੇ ਕਿੰਨੇ ਤੀਰ ਇੱਕ ਨਾਲ ਚੁਭਣੇ ਜੈਸਾ ਅਹਿਸਾਸ ਹੋਇਆ। ਅਤੇ ਉੱਧਰ ਰੇਖਾ ਹੁਣ ਤੱਕ ਆਪਣੀ ਮਾਂ ਦੀ ਹਾਲਤ ਨੂੰ ਦੇਖ ਕੇ ਸਦਮੇ ਤੋਂ ਉੱਭਰ ਨਹੀਂ ਪਾਈ ਸੀ, ਪਰੰਤੂ ਅੱਜ ਉਹਨਾਂ ਦੋਵਾਂ ਦੇ ਕੋਲ ਪਛਤਾਣੇ ਦੇ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਕਿਸੇ ਨੇ ਸਹੀ ਕਿਹਾ ਹੈ, ਸੰਤਾਨ ਦਾ ਅਸਤਿਤਵ ਹੈ ਮਾਤਾ-ਪਿਤਾ ਦੀ ਵਜ੍ਹਾ ਨਾਲ, ਅਤੇ ਮਾਤਾ-ਪਿਤਾ ਬਿਰਧ ਆਸ਼ਰਮ ਵਿੱਚ ਹਨ ਸੰਤਾਨ ਦੀ ਵਜ੍ਹਾ ਨਾਲ। ਧੰਨਵਾਦ ਜੀ। ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ।